ਸਾਹਿਬ ਜੀ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਗ ਤੁਮਰੇ ਤਾਰੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ, ਕੋਟ ਪਰਾਧ ਹਮਾਰੇ ਖੰਡੋ। ਅਣਕ ਵਿਧि ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ। ਧੰਨ ਵਾਹਿਗੁਰੂ ਸਾਹਿਬ ਜੀ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰਾ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰਾ। ਜੁਗੋ ਜੁਗ ਅਟਲ ਚਵਰ ਛਤਰ, ਤਖਤ ਵਖਤ ਦੇ ਮਾਲਕ। ਹਾਲਤ ਪਲਤ ਸਵਾਰ ਦੇਨਹਾਰ ਸਤਿਗੁਰੂ। ਦੀਨ ਦਿਆਲ ਪਾਤਸ਼ਾਹ ਸਾਰੀ ਕਾਇਨਾਤ ਦੇ ਸਾਂਝੇ ਰਹਿਬਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਅਤੇ ਆਪੋ ਆਪਣੇ ਘਰਾਂ ਦੇ ਵਿੱਚ ਪਾਵਨ ਗੁਰਬਾਣੀ ਦੇ ਨਾਲ, ਨਿਤਨੇਮ ਦੀਆਂ ਬਾਣੀਆਂ ਦੇ ਨਾਲ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ। ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਜ਼ਿੰਦਗੀ ਦੇ ਅੰਦਰ ਚੱਲ ਰਹੇ ਸਮੇਂ ਦੇ ਵਿੱਚੋਂ ਇੱਕ ਹੋਰ ਦਾਤੇ ਨੇ ਤਰਸ ਸਦਕਾ ਦਿਨ ਬਖਸ਼ਿਆ ਤੇ ਉਸ ਸਮੇਂ ਦੀਆਂ ਅਮੋਲਕ ਘੜੀਆਂ, ਅੰਮ੍ਰਿਤ ਵੇਲੇ ਦੀਆਂ ਘੜੀਆਂ ਬਖਸ਼ੀਆਂ ਨੇ। ਦਾਤੇ ਨੇ ਇੱਕ ਨਵਾਂ ਦਿਨ ਬਖਸ਼ਿਆ, ਸ਼ੁਕਰਾਨੇ ਵਜੋਂ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝਾ ਪਾਈਆਂ ਨੇ। ਉਹਦੀ ਸਿਫਤ ਸਲਾਹ ਕਰਨ ਦਾ ਯਤਨ ਕਰ ਰਹੇ ਹਾਂ। ਜੋ ਆਪਾਂ ਹਰ ਰੋਜ਼
ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਪਾਵਨ ਉਪਦੇਸ਼ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਆਨੰਦ ਬਾਣੀ, ਜਿਹਨੂੰ ਆਪਾਂ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਵੀ ਹਰ ਰੋਜ਼ ਪਾਠ ਸ਼ਰਵਣ ਕਰਦੇ ਹਾਂ, ਕਰਨ ਦਾ ਯਤਨ ਕਰਦੇ ਹਾਂ। ਜੋ ਆਪ ਜੀ ਦੇ ਸਨਮੁਖ ਤੀਜੀ ਪੌੜੀ ਦਾ ਪਾਠ ਪੜ੍ਹਿਆ ਗਿਆ ਹੈ, ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਵਿਚਾਰ ਨੂੰ, ਇਸ ਪਾਵਨ ਪੌੜੀ ਨੂੰ ਆਪਾਂ ਨੇ ਸਮਝਣ ਦਾ ਯਤਨ ਕਰਨਾ ਹੈ। ਦਾਤਾ ਜੀ ਜਿਤਨੀ ਕੁ ਸਮੱਤ ਬਖਸ਼ਦੇ ਨੇ, ਦਿੱਤੀ ਹੋਈ ਸਮੱਤ ਦੇ ਸਦਕਾ ਆਪ ਜੀ ਦੇ ਨਾਲ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ। ਸੋ ਬੇਨਤੀ ਹੈ ਭਾਈ ਆਪ ਸੰਗਤਾਂ ਨੂੰ ਕਿ ਸਮੇਂ 'ਚੋਂ ਸਮਾਂ ਕੱਢ ਕੇ ਜ਼ਰੂਰ ਸੋ ਭਾਈ ਦਾਤੇ ਦੇ ਸ਼ੁਕਰਾਨੇ ਵਿੱਚ, ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜਨ ਦਾ, ਇਕਾਗਰ ਚਿੱਤ ਹੋਣ ਦਾ ਯਤਨ ਕਰਿਆ ਕਰੋ। ਸ਼ੁਕਰਾਨਾ ਕਰਿਆ ਕਰੋ ਉਸ ਦਾਤੇ ਦਾ। ਅੱਜ ਤੱਕ ਜਿਹੜੀਆਂ ਚੀਜ਼ਾਂ ਦੇ ਬਿਨਾਂ ਇਨਸਾਨ ਰਹਿ ਨਹੀਂ ਨਾ ਸਕਦਾ, ਉਸ ਦਾਤੇ ਦੀ ਕਿਰਪਾ ਹੈ, ਉਸ ਦਾਤੇ ਦਾ ਤਰਸ ਹੈ, ਉਹਦੀ ਬਖਸ਼ਿਸ਼ ਹੈ ਕਿ ਅੱਜ ਤੱਕ ਸਾਨੂੰ ਜਿੰਨੀ ਕੁ ਉਮਰ ਭੋਗ ਲਈ ਹੈ ਅਤੇ ਅੱਗੇ ਵੀ ਉਹ ਚੀਜ਼ਾਂ ਸਾਨੂੰ ਨਾ ਤਾਂ ਕਿਸੇ ਮੁੱਲ 'ਤੇ ਨਾ ਕਿਸੇ ਕੀਮਤ 'ਤੇ ਫ੍ਰੀ ਮਿਲ ਰਹੀਆਂ ਨੇ। ਅਤੇ ਵੰਡ ਵੀ ਦਾਤਾ ਸਾਰਿਆਂ ਨੂੰ ਇੱਕੋ ਜਿਹਾ ਰਿਹਾ ਏ। ਅਤੇ ਉਹ ਦਾਤਾ, ਉਹ ਸਾਹਿਬ ਜਿਹੜਾ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਜਿਹੜਾ ਸਾਰੀ ਧਰਤੀ ਦਾ ਗੋਪਾਲ ਹੈ, ਸਾਰੀ ਧਰਤੀ ਨੂੰ ਪਾਲਣ ਵਾਲਾ ਹੈ, ਉਸ ਦਾਤੇ ਦੇ ਸ਼ੁਕਰ ਦੇ ਵਿੱਚ ਜਿਤਨਾ ਕੁ ਸਮਾਂ ਹੋ ਸਕਦਾ ਹੈ ਕੱਢਣ ਦਾ ਯਤਨ ਕਰਿਆ ਕਰੋ। ਸੋ ਆਪਾਂ ਪਾਵਨ ਵਿਚਾਰ ਨੂੰ ਆਰੰਭ ਕਰੀਏ, ਸਮਝਣ ਦਾ ਯਤਨ ਕਰੀਏ। ਸਭ ਤੋਂ ਪਹਿਲ ਤੇ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ ਜੀ। ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਾ ਲਈਏ ਜੀ ਸਾਂਝ। ਇੱਕੇ ਵਾਰ ਕਹਿਣ ਤੇ ਸਾਰੀ ਸੰਗਤ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਰ ਰੋਜ਼ ਇੱਕ ਨਵੀਂ ਸਵੇਰ, ਇੱਕ ਨਵਾਂ ਦਿਨ ਜੋ ਦਾਤੇ ਨੇ ਤਰਸ ਕਰਕੇ ਸਾਨੂੰ ਬਖਸ਼ ਕੀਤਾ ਹੈ, ਉਹਨੂੰ ਮਾਣਦੇ ਹਾਂ, ਜ਼ਿੰਦਗੀ ਬਤੀਤ ਕਰਦੇ ਹਾਂ। ਦਿਨ ਬ ਦਿਨ ਇੱਦਾਂ ਸਮਾਂ ਗੁਜ਼ਰਦਾ ਜਾ ਰਿਹਾ ਹੈ। ਬਹੁਤੀ ਵਾਰੀ ਸਾਨੂੰ ਇਹ ਜਾਣਕਾਰੀ ਹੁੰਦੀ ਵੀ ਹੈ, ਪਤਾ ਵੀ ਹੈ ਕਿ ਸਾਰਾ ਕੁਝ ਜਿਹੜਾ ਮਿਲ ਰਿਹਾ, ਹਵਾ ਮਿਲ ਰਹੀ ਹੈ, ਪਾਣੀ ਮਿਲ ਰਿਹਾ ਹੈ, ਧੁੱਪ ਛਾਂ ਮਿਲ ਰਹੀ ਹੈ, ਸਮਾਂ ਪਾ ਕੇ ਹਰੇਕ ਚੀਜ਼ ਸਾਡੇ ਕੰਮ ਆਉਂਦੀ ਹੈ। ਸਰਦੀਆਂ ਵਿੱਚ ਅਸੀਂ ਧੁੱਪ ਮਾਣਦੇ ਹਾਂ ਅਤੇ ਗਰਮੀਆਂ ਵਿੱਚ ਛਾਵਾਂ ਮਾਣਦੇ ਹਾਂ। ਹਰੇਕ ਚੀਜ਼ ਹੈ, ਪਾਣੀ ਦੀ ਵੀ ਲੋੜ ਹੈ, ਹਵਾ ਦੀ ਵੀ ਲੋੜ ਹੈ, ਕਿੰਨੀ ਵੀ ਮਰਜ਼ੀ ਚੀਜ਼ ਹੈ, ਕਿਉਂਕਿ ਬੰਦਾ ਕੁਦਰਤ ਦੇ ਉੱਤੇ ਨਿਰਭਰ ਕਰਦਾ ਹੈ। ਅਤੇ ਸ੍ਰਿਸ਼ਟੀ ਸਾਰੀ ਪਰਿਪੂਰਨ ਪਰਮਾਤਮਾ ਦੀ ਬਣਾਈ ਹੋਈ ਹੈ। ਇੱਥੋਂ ਹੀ ਉਹਨੂੰ ਖਾਣ ਨੂੰ ਮਿਲਦਾ ਹੈ, ਪਹਿਨਣ ਨੂੰ ਮਿਲਦਾ ਹੈ, ਘਰ ਬਣਾਉਣ ਨੂੰ, ਸਾਰਾ ਕੁਝ ਇੱਥੋਂ ਹੀ ਮਿਲ ਰਿਹਾ ਹੈ। ਸਾਰਾ ਕੁਝ ਕੁਦਰਤ ਦੇ ਵਿੱਚ ਹੀ ਪਿਆ ਹੋਇਆ ਹੈ। ਕੋਈ ਵੀ ਚੀਜ਼ ਇਵੇਂ ਦੀ ਨਹੀਂ ਕਿ ਬੰਦੇ ਨੇ ਖੁਦ ਤਿਆਰ ਕੀਤੀ ਹੋਵੇ। ਖੁਦ ਤਿਆਰ ਕਦੇ ਵੀ ਨਹੀਂ ਕੋਈ ਕਰ ਸਕਦਾ। ਹਾਂ ਠੀਕ ਹੈ, ਦਾਤੇ ਨੇ ਇਹਨੂੰ ਸਮੱਤ ਬਖਸ਼ੀ ਹੈ, ਇਹਨੂੰ ਤਾਕਤ ਦਿੱਤੀ ਹੈ, ਇਹਨੂੰ ਸਮਝ ਦਿੱਤੀ ਹੈ, ਇਹਨੂੰ ਬੁੱਧੀ ਦਿੱਤੀ ਹੈ। ਅਤੇ ਜੇ ਕੋਈ ਜਿੰਨਾ ਵੀ ਬੁੱਧੀ ਨੂੰ ਵਰਤ ਲਵੇ, ਜਿੰਨਾ ਦਿਮਾਗ ਨੂੰ ਵਰਤੇਗਾ, ਉਹਨਾਂ ਕਿਸ ਕੁਦਰਤ ਦੀ ਛਾਣਬੀਣ ਕਰੇਗਾ, ਇਹਨੂੰ ਸਮਝਣ ਦਾ ਯਤਨ ਕਰੇਗਾ। ਇਹ ਨਹੀਂ ਕਹਿੰਦੇ ਕਿ ਸਮਝਿਆ ਨਹੀਂ ਜਾ ਸਕਦਾ ਆ, ਸਮਝਣ ਦਾ ਯਤਨ ਕਰਨਾ ਹੈ। ਇਹ ਨਹੀਂ ਕਿ ਹਟ ਜਾਣਾ ਕਿ ਸਮਝਿਆ ਨਹੀਂ ਜਾਂਦਾ, ਸਮਝਣ ਦਾ ਯਤਨ ਕਰਨਾ ਹੈ। ਪਰ
ਅੰਤ ਕਦੇ ਨਹੀਂ ਪਾਇਆ ਜਾ ਸਕਦਾ, ਅੰਤ ਕਦੇ ਵੀ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦੀਆਂ ਦਾਤਾਂ ਦਾ ਅੰਤ ਕਦੇ ਵੀ ਨਹੀਂ ਪਾਇਆ ਜਾ ਸਕਦਾ, ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਬੰਦੇ ਨੇ ਇੰਨਾ ਕੁਝ ਬਣਾ ਲਿਆ, ਟੈਕਨੋਲੋਜੀ ਆ ਗਈ, ਬੜਾ ਕੁਝ ਤਿਆਰ ਕਰ ਲਿਆ, ਪਰ ਆਪਣੇ ਕੋਲੋਂ ਨਹੀਂ, ਆਪਣੇ ਕੋਲੋਂ ਨਹੀਂ। ਤਕਨੀਕ ਸਾਰੀ ਸਮਾਈ ਹੋਈ ਸੀ ਇਸ ਕੁਦਰਤ ਦੇ ਵਿੱਚ, ਸਾਰੀ ਤਕਨੀਕ ਇੱਥੇ ਸਮਾਈ ਹੋਈ ਸੀ। ਬਸ ਸਿਰਫ ਕੀਤਾ ਕੀ ਹੈ, ਰਿਸਰਚ ਕੀਤਾ। ਰਿਸਰਚ ਮਤਲਬ ਸਮਝਦੇ ਨੇ, ਖੋਜ ਕੀਤੀ। ਰਿਸਰਚ ਪਿਆ ਹੈ, ਖੋਜ ਕੀਤੀ, ਉਹਨੂੰ ਭਾਲਿਆ, ਕੁਦਰਤ ਦੇ ਨਿਯਮਾਂ ਦੇ ਵਿੱਚੋਂ ਸਮਝਿਆ, ਟੈਲੀਫੋਨ ਤਿਆਰ ਕੀਤਾ, ਅਤੇ ਸਾਰਾ ਕੁਝ ਪਿਆ ਹੋਇਆ ਕੁਦਰਤ ਦੇ ਵਿੱਚ ਹੀ ਹੈ। ਤਕਨੀਕ ਵੀ ਪਈ ਹੋਈ ਹੈ ਕਿ ਇੱਥੇ ਬੈਠਾ ਬੰਦਾ ਭਾਵੇਂ ਜਿੰਨੀ ਮਰਜ਼ੀ ਦੂਰ ਹੋਵੇ ਗੱਲ ਕਰ ਸਕਦਾ। ਸਾਰਾ ਕੁਝ ਪਿਆ ਤਾਂ ਇੱਥੇ ਹੀ ਹੈ, ਬੰਦੇ ਨੇ ਆਪਣੇ ਕੋਲੋਂ ਕੁਝ ਨਹੀਂ ਤਿਆਰ ਕੀਤਾ, ਪਰ ਉਹਦੀ ਰਿਸਰਚ ਕੀਤੀ ਹੈ, ਦਿੱਤੀ ਹੋਈ, ਕਿਉਂਕਿ ਉਹ ਪ੍ਰਮਾਤਮਾ ਨੇ ਹੀ ਕਿਰਪਾ ਕੀਤੀ ਹੈ ਕਿ ਇਹਨੂੰ ਬੁੱਧੀ ਵੀ ਦੇ ਦਿੱਤੀ ਕਿ ਤੂੰ ਖੋਜ ਸਕਦਾ ਹੈ, ਬੁੱਧੀ ਵੀ ਨਾਲ ਦਿੱਤੀ ਹੈ। ਸਾਰਾ ਕੁਛ ਜੇ ਬ੍ਰਹਿਮੰਡ ਵਿੱਚ ਸਮਾਇਆ ਤਾਂ ਇਹਨੂੰ ਬੁੱਧੀ ਵੀ ਦਿੱਤੀ ਹੈ, ਰਿਸਰਚ ਕਰ ਸਕਦਾ ਹੈ, ਖੋਜ। ਤੇਰੇ ਲਈ ਸਾਰਾ ਕੁਛ ਪ੍ਰਮਾਤਮਾ ਨੇ ਪੈਦਾ ਕੀਤਾ ਹੋਇਆ ਹੈ, ਬਹੁਤ ਕੁਝ ਹੈ ਤੇਰੇ ਲਈ ਪੈਦਾ ਕੀਤਾ ਹੋਇਆ। ਸਾਰਾ ਕੁਝ ਪ੍ਰਮਾਤਮਾ ਨੇ ਤੈਨੂੰ ਜਿਉਣ ਦੇ ਲਈ ਦਿੱਤਾ ਹੈ। ਜਿੰਨੀ ਜਿੰਨੀ ਖੋਜ ਕਰੇਗਾ ਜ਼ਿੰਦਗੀ ਨੂੰ ਸੁਖਾਲਾ ਬਣਾ, ਸੌਖਿਆਂ ਬਣਾ। ਪਰ ਦਿੱਕਤ ਕਿੱਥੇ ਆਈ? ਦਿੱਕਤ ਉੱਥੇ ਆਈ ਜਦੋਂ ਉਹਨਾਂ ਚੀਜ਼ਾਂ ਦਾ ਆਨੰਦ ਮਾਣਦਿਆਂ ਹੋਇਆਂ, ਜਿਹੜੀਆਂ ਪ੍ਰਮਾਤਮਾ ਨੇ ਦਿੱਤੀਆਂ, ਜਿਹੜੀਆਂ ਸਹੂਲਤਾਂ ਤੇਰੇ ਕੋਲੇ ਆ ਗਈਆਂ, ਉਹਨਾਂ ਚੀਜ਼ਾਂ ਦਾ ਆਨੰਦ ਮਾਣਦਿਆਂ ਹੋਇਆਂ ਜਦੋਂ ਉਹ ਰੱਬ ਨੂੰ ਭੁੱਲ ਬੈਠਾ, ਉਹਦੇ ਸ਼ੁਕਰ ਨੂੰ ਭੁੱਲ ਬੈਠਾ। ਦਿੱਤਾ ਉਹਨੀ ਹੈ ਨਾ, ਬਹੁਤ ਕੁਝ ਦੇ ਦਿੱਤਾ, ਪਰ ਮੱਤ ਦਿੱਤੀ ਹੈ, ਬੜਾ ਕੁਝ ਆਨੰਦ ਮਾਣ ਰਿਹਾ ਹੈ, ਬੜੀ ਖੋਜ ਵੀ ਕਰ ਰਿਹਾ, ਪਰ ਉਸ ਮੱਤ ਦੇ ਵਿੱਚ ਕਦੇ ਉਸ ਦਾਤੇ ਦਾ ਸ਼ੁਕਰ ਨਹੀਂ ਆਇਆ, ਉਸ ਪ੍ਰਤਪਾਲਣਾ ਕਰਨ ਵਾਲੇ ਦਾ ਭਾਣਾ ਨਹੀਂ ਆਇਆ, ਉਹਦਾ ਹੁਕਮ ਨਹੀਂ ਆਇਆ, ਉਹਦਾ ਸ਼ੁਕਰਾਨਾ ਕਰਨ ਦਾ ਜਿਹੜਾ ਸੁਭਾਅ ਸੀ ਉਹ ਪੈਦਾ ਨਹੀਂ ਹੋਇਆ। ਦਾਤਾਂ ਬੜੀਆਂ ਦਿੱਤੀਆਂ ਉਹਨੇ, ਦਾਤਾਂ ਦੇ ਵੀ ਰਿਹਾ ਏ, ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਕਹਿੰਦੇ ਦਾਤਾ ਦਿੰਦਾ ਹੈ, ਦੇਣ ਵਾਲਾ ਦੇ ਰਿਹਾ ਹੈ, ਦਿੰਦਾ ਦੇ, ਪਰ ਕੀ ਲੈਣ ਵਾਲੇ ਥੱਕ ਜਾਂਦੇ ਨੇ, ਲੈਣ ਵਾਲੇ ਉਹਨਾਂ ਦਾਤਾਂ ਨੂੰ ਭੋਗ ਕੇ ਮਰ ਜਾਂਦੇ ਨੇ, ਪਰ ਉਹਦੇ ਖਜ਼ਾਨੇ ਦੇ ਵਿੱਚੋਂ ਕਦੇ ਕੁਝ ਖਤਮ ਹੋਣ ਵਾਲਾ ਨਹੀਂ। ਜੁਗਾਂ ਜੁਗੰਤਰ, ਜੁਗਾਂ ਜੁਗਾਂ ਤੋਂ ਖਾ ਰਹੇ ਨੇ। ਮਤਲਬ ਖਾਣ ਦਾ ਮਤਲਬ ਇਹ ਨਹੀਂ ਕਿ ਉਹਦੀਆਂ ਦਾਤਾਂ ਨੇ ਜਿਹੜੀਆਂ ਉਹਨਾਂ ਨੂੰ ਭੋਗ ਰਹੇ ਨੇ ਹਰੇਕ ਚੀਜ਼ ਨੂੰ। ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਉਹ ਪ੍ਰਮਾਤਮਾ ਹੈ ਜਿਹੜਾ, ਜਿਹਦਾ ਖਜ਼ਾਨਾ ਭਰਿਆ ਹੋਇਆ ਏ, ਉਹ ਪ੍ਰਮਾਤਮਾ ਦਾ ਕਦੇ ਸ਼ੁਕਰ ਨਹੀਂ ਕੀਤਾ, ਉਹਦਾ ਕਦੇ ਸ਼ੁਕਰ ਨਹੀਂ ਕੀਤਾ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਤੀਸਰੀ ਪੌੜੀ ਦੇ ਵਿੱਚ ਇਹੀ ਸਮਝਾਉਂਦੇ ਨੇ ਕਿ ਉਹ ਜਿਹੜਾ ਸੱਚਾ ਸਾਹਿਬ ਹੈ, ਜਿਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ, ਅਤੇ ਉਹਦੇ ਕੋਲੇ ਆਇਆ ਕਰ। ਦੁਨੀਆ ਦੀਆਂ ਦਾਤਾਂ ਬੜੀਆਂ ਲੈ ਲਈਆਂ, ਦੁਨੀਆ ਦੀਆਂ ਦਾਤਾਂ ਬਹੁਤ ਨੇ ਤੇਰੇ ਕੋਲੇ, ਦੁਨਿਆਵੀ ਦਾਤਾਂ ਬਹੁਤ ਨੇ, ਬੜਾ ਕੁਝ ਆ ਗਿਆ ਤੇਰੇ ਕੋਲ, ਸਾਰਾ ਕੁਝ ਮਿਲਿਆ ਦਰ ਤੋਂ ਹੈ, ਜੇ ਖੋਜ ਹੋਈ ਉਹ ਵੀ ਲੱਭ ਲਿਆ, ਬਹੁਤ ਕੁਝ ਤੇਰੇ ਕੋਲ ਆ ਗਿਆ, ਬੜਾ ਕੁਝ ਤੂੰ ਤਿਆਰ ਵੀ ਕਰ ਲਿਆ, ਆਪਣੇ ਹੱਥੀਂ ਤਿਆਰ ਕਰ ਲਿਆ, ਰਿਸਰਚ ਕਰ ਕਰਕੇ ਤਿਆਰ ਕਰ ਲਿਆ, ਜ਼ਿੰਦਗੀ ਸੌਖੀ ਹੋ ਗਈ। ਪਰ ਸਤਿਗੁਰੂ ਜੀ ਕਹਿੰਦੇ ਭਾਈ ਬੜਾ ਕੁਝ ਹਾਸਲ ਕਰ ਲਿਆ, ਪਰ ਉਹਨਾਂ ਨੂੰ ਮਾਣਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ, ਆਪਣੇ ਅੰਦਰ ਆਤਮੇ ਨੂੰ ਸੌਖਾ ਕਿਵੇਂ ਕਰਨਾ ਹੈ, ਉਹ ਜਿਹੜੀ ਤਕਨੀਕ ਸੀ ਉਹ ਤੂੰ ਗੁਰੂ ਤੋਂ ਕਦੇ ਪੁੱਛੀ ਨਹੀਂ। ਬਹੁਤ ਕੁਝ ਅਸੀਂ ਮੰਗਦੇ ਹਾਂ ਗੁਰੂ ਦੇ ਦਰ 'ਤੇ ਆ ਕੇ, ਸਾਡੀਆਂ ਅਰਦਾਸਾਂ ਸਿਰਫ ਦੁਨਿਆਵੀ ਦਾਤਾਂ ਤੱਕ ਰਹਿ ਜਾਂਦੀਆਂ ਨੇ। ਦੁਨਿਆਵੀ ਦਾਤਾਂ ਅਸੀਂ ਬਹੁਤ ਮੰਗ ਲੈਣੇ, ਮੰਗਣੀਆਂ ਵੀ ਚਾਹੀਦੀਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ।
ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਤੇ ਦਿੱਕਤ ਕਿੱਥੇ ਹੈ ਕਿ ਅਸੀਂ ਆ ਜਾਂਦੇ ਹਾਂ, ਦੁਨਿਆਵੀ ਦਾਤਾਂ ਬਹੁਤ ਮੰਗ ਲਈਆਂ, ਹਰ ਰੋਜ਼ ਮੰਗਦੇ ਵੀ ਆ, ਦੇਣੀਆਂ ਵੀ ਨੇ, ਪਰ ਸਤਿਗੁਰੂ ਜੀ ਕਹਿੰਦੇ ਦਾਤਾਂ ਮੰਗ ਲੈ, ਜਿੰਨੀਆਂ ਮਰਜ਼ੀ ਮੰਗ, ਭਾਵੇਂ ਘਰ ਦੀ ਮੰਗ, ਭਾਵੇਂ ਕਿਸੇ ਮਰਜ਼ੀ ਸੁੱਖ ਸਹੂਲਤ ਦੀ ਦਾਤ ਮੰਗ, ਭਾਵੇਂ ਧੀਆਂ ਪੁੱਤਰਾਂ ਦੀ ਮੰਗ, ਭਾਵੇਂ ਪੁੱਤ ਦੀ ਮੰਗ, ਪਰ ਇੱਕ ਗੱਲ ਨੂੰ ਚੇਤੇ ਰੱਖੀ, ਪੁੱਤਰ ਵੀ ਹੋ ਜਾਣਾ, ਘਰ ਦੇ ਵਿੱਚ ਸੁੱਖ ਸਹੂਲਤਾਂ ਵੀ ਆ ਜਾਂਦੀਆਂ ਨੇ, ਐਸ਼ੋ ਆਰਾਮ ਦੀ ਜ਼ਿੰਦਗੀ ਆ ਜਾਣੀ ਹੈ, ਪਰ ਉਹਨਾਂ ਨੂੰ ਬਤੀਤ ਕਰਦਿਆਂ ਚੰਗੇ ਘਰ ਦੇ ਵਿੱਚ ਚੰਗੇ ਬਿਸਤਰਿਆਂ 'ਤੇ ਸੌਣਾ, ਚੰਗੀਆਂ ਕਾਰਾਂ ਦੇ ਵਿੱਚ ਘੁੰਮਣਾ, ਆਪਣੇ ਪਰਿਵਾਰ ਦੇ ਵਿੱਚ ਰਹਿਣਾ, ਆਪਣੇ ਧੀਆਂ ਪੁੱਤਰਾਂ ਦੇ ਨਾਲ ਕਿਵੇਂ ਰਹਿਣਾ ਹੈ, ਉਹ ਜਿਹੜੀ ਗੱਲ ਸੀ ਨਾ, ਉਹ ਜਿਹੜੀ ਮੱਤ ਸੀ ਨਾ, ਉਹ ਗੁਰੂ ਨੇ ਦੇਣੀ ਸੀ। ਪੁੱਤਰ ਦੀ ਦਾਤ ਲੈ ਲਈ, ਦੇਣ ਵਾਲਾ ਇੱਕੋ ਹੈ, ਪੁੱਤਰ ਦੀ ਦਾਤ ਦੇ ਦਿੱਤੀ। ਹੁਣ ਪੁੱਤਰ ਦੀ ਦਾਤ ਦਿੱਤੀ ਹੈ ਤਾਂ ਹੁਣ ਇਹ ਵੀ ਤਾਂ ਸੀ ਨਾ ਕਿ ਪੁੱਤਰ ਤਾਂ ਲੈ ਲਿਆ, ਅਤੇ ਉਹਨੂੰ ਜ਼ਿੰਦਗੀ ਦੇ ਵਿੱਚ ਸਿਖਾਉਣਾ ਕੀ ਹੈ, ਜ਼ਿੰਦਗੀ ਉਹਦੀ ਬਣਾਉਣੀ ਕਿਵੇਂ ਦੀ ਹੈ, ਇਹ ਤਾਂ ਗੁਰੂ ਨੇ ਦੱਸਣਾ ਸੀ ਨਾ। ਉੱਥੇ ਵਿਸਰ ਗਿਆ ਕੰਮ, ਉਹ ਭੁੱਲ ਗਏ। ਉਹ ਭੁੱਲ ਗਏ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ, ਧੀਆਂ ਪੁੱਤਰਾਂ ਨੂੰ ਰਾਹ ਕਿਹੜੇ ਪਾਉਣਾ ਹੈ, ਉਹ ਗੁਰੂ ਤੋਂ ਮੱਤ ਲੈਣੀ ਸੀ, ਉਹ ਗੁਰੂ ਨੇ ਦੱਸਣਾ ਸੀ, ਉਹ ਭੁੱਲ ਗਏ। ਇੱਥੇ ਆ ਕੇ ਕਮੀ ਹੋਈ। ਸਤਿਗੁਰੂ ਜੀ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕੀ ਕਮੀ ਹੈ ਤੇਰੇ ਘਰ ਦੇ ਵਿੱਚ। ਗੱਲ ਅਸਲ ਦੇ ਵਿੱਚ ਉਹ ਰੱਬ ਨੂੰ ਨਹੀਂ ਕਹਿ ਰਹੇ, ਰੱਬ ਨੂੰ ਤਾਂ ਪਤਾ ਹੀ ਹੈ ਆਪਣੇ ਆਪ ਨੂੰ, ਉਹਨੂੰ ਥੋੜ੍ਹੀ ਦੱਸ ਰਹੇ ਨੇ ਕਿ ਤੁਹਾਡੇ ਘਰ। ਅਸਲ 'ਚ ਸਮਝਾ ਮਨੁੱਖਤਾ ਨੂੰ ਰਹੇ ਨੇ, ਇਨਸਾਨੀਅਤ ਨੂੰ ਸਮਝਾ ਰਹੇ ਨੇ, ਲੋਕਾਈ ਨੂੰ ਸਮਝਾ ਰਹੇ ਨੇ ਕਿ ਉਸ ਦਾਤੇ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਹੈ, ਕੋਈ ਕਮੀ ਨਹੀਂ ਹੈ, ਜਿੰਨੇ ਮਰਜ਼ੀ ਲੈ ਸਕਦੇ ਹੋ, ਲੈ ਸਕਦੇ ਹਾਂ, ਪਰ ਨੀਅਤ ਹੋਣੀ ਚਾਹੀਦੀ ਹੈ, ਨੀਤ ਨਾਲ ਲਿਆ ਜਾ ਸਕਦਾ ਹੈ। ਜਿਵੇਂ ਦੀ ਅਰਦਾਸ ਕਰੋਗੇ ਹੋਵੇਗੀ ਪ੍ਰਵਾਨ, ਪਰ ਸ਼ਰਤ ਇਵੇਂ ਜਿਹੜੀ ਗੁਰੂ ਨੂੰ ਪਾਉਂਦੀ ਹੋਵੇ। ਗੱਲ ਇਹ ਹੈ ਕਿ ਗੁਰੂ ਨੂੰ ਪਾਉਂਦੀ ਹੋਵੇ, ਤੇਰੇ ਅੰਦਰ ਗੁਰੂ ਪ੍ਰਤੀ ਸ਼ਰਧਾ ਹੋਵੇ, ਗੁਰੂ ਦਾ ਹੁਕਮ ਮੰਨਦਾ ਹੋਵੇ, ਗੁਰੂ ਦੇ ਦਾਇਰੇ ਵਿੱਚ ਹੋਵੇਂ। ਅਤੇ ਜਦੋਂ ਗੁਰੂ ਦੇ ਦਾਇਰੇ ਵਿੱਚ ਆ ਗਿਆ, ਤੂੰ ਗੁਰੂ ਦੇ ਹੁਕਮ ਦੇ ਵਿੱਚ ਆ ਗਿਆ ਨਾ, ਅਤੇ ਇੱਕ ਗੱਲ ਨੂੰ ਸਮਝੋ, ਜਿੱਦਣ ਗੁਰੂ ਦੇ ਦਾਇਰੇ ਵਿੱਚ ਆ ਗਿਆ, ਫਿਰ ਦੁਨਿਆਵੀ ਦਾਤਾਂ ਭੁੱਲ ਜਾਣੀਆਂ ਨੇ, ਹੋਰ ਕੁਝ ਮੰਗਣਾ ਭੁੱਲ ਜਾਣਾ ਹੈ। ਕਿਉਂਕਿ ਜਦੋਂ ਗੁਰੂ ਦਾ ਹੀ ਹੋ ਗਿਆ, ਮੱਤ ਹੀ ਗੁਰੂ ਵਾਲੀ ਆ ਗਈ, ਫਿਰ ਬਾਕੀ ਚੀਜ਼ਾਂ ਤਾਂ ਵਿਸਰ ਹੀ ਜਾਂਦੀਆਂ ਨੇ, ਬਾਕੀ ਤਾਂ ਸਾਰਾ ਕੁਝ ਖਤਮ। ਬਸ ਫਿਰ ਤਾਂ ਇਹੀ ਹੈ ਸ਼ੁਕਰਾਨਾ ਦਾਤਾ ਜੀ, ਜਿੰਨਾ ਦਿੱਤਾ ਹੋਇਆ ਏ ਤੁਹਾਡਾ ਏ, ਬਸ ਇਹਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਬਖਸ਼ੋ, ਇਹਦੇ ਵਿੱਚ ਰਹਿ ਕੇ। ਇਹ ਹੈ ਅਸਲ ਅਰਦਾਸ, ਇਹ ਹੈ ਬਿਰਤੀ ਕਦੇ ਨਾ ਹੋਵੇ। ਜਨਕੀ ਅਰਦਾਸ ਜਿਹਨੂੰ ਆਪਾਂ ਪੜ੍ਹਦੇ ਹਾਂ ਨਾ, ਜਨਕੀ ਅਰਦਾਸ ਕਦੇ ਬਿਰਤੀ ਨਹੀਂ ਹੁੰਦੀ। ਪਰ ਆਪਣੇ ਆਪ ਦੇ ਵਿੱਚ ਧਿਆਨ ਮਾਰੋ ਕਿ ਅਸੀਂ ਜਨ ਬਣ ਚੁੱਕੇ ਹਾਂ, ਸੇਵਕ ਬਣ ਗਏ ਹੈ ਹਾਂ, ਅਸੀਂ ਸੇਵਕ ਹਰੀ ਗੁਰੂ ਦੇ ਜਨ ਹੈ ਹਾਂ, ਅਸੀਂ ਗੁਰੂ ਦੇ ਜਨ ਅਸੀਂ ਬਣੇ ਹੀ ਨਹੀਂ। ਗੁਰੂ ਦੇ ਜਨ ਬਣਾਂਗੇ, ਉਸ ਅਕਾਲ ਪੁਰਖ ਪਰਮਾਤਮਾ ਦੇ ਜਨ ਬਣਨ ਦੀ ਕੋਸ਼ਿਸ਼ ਕਰਾਂਗੇ, ਫਿਰ ਕਦੇ ਅਰਦਾਸ ਜਿਹੜੀ ਬਿਰਥੀ ਨਹੀਂ ਹੁੰਦੀ। ਅਤੇ ਜਦੋਂ ਗੁਰੂ ਦੇ ਜਨ ਬਣ ਗਏ, ਉਦੋਂ ਅਰਦਾਸ ਵੀ ਬਦਲ ਜਾਂਦੀ ਹੈ, ਉਦੋਂ ਸਿਰਫ ਸ਼ੁਕਰਾਨੇ ਦਾ, ਭਾਣੇ ਦਾ। ਜਿੱਦਣ ਗੁਰੂ ਦੇ ਹੋ ਗਏ, ਗੁਰੂ ਦਾ ਹੁਕਮ ਆ ਗਿਆ। ਆਪਾਂ ਇਤਿਹਾਸ ਵਿੱਚੋਂ ਬੜੀਆਂ ਸਾਖੀਆਂ ਪੜ੍ਹਦੇ ਹਾਂ, ਸਮਝਦੇ ਵੀ ਹਾਂ ਨਾ, ਬਹੁਤ ਕੁਝ ਪੜ੍ਹਦੇ ਹਾਂ, ਅਤੇ ਬੜੇ ਵਾਰ ਸਮਝ ਹੈ ਸਾਡਾ ਇਤਿਹਾਸ ਲਿਖਣ ਵਾਲੇ ਨੇ ਜਿਹੜੇ ਬਹੁਤੇ ਇਸਲਾਮਿਕ ਧਰਮ ਵਾਲੇ ਨੇ, ਮੁਸਲਮਾਨ ਲੋਕ ਨੇ, ਉਹਨਾਂ ਦੇ ਨਾਲ ਹੁੰਦੇ ਸਨ, ਜੇ ਜੰਗਾਂ ਦੇ ਵਿੱਚ ਵੀ ਹੁੰਦੇ ਉਹਨਾਂ ਨਾਲ ਨਿਖਾਰੇ ਹੁੰਦੇ ਸੀ, ਲਿਖਣ ਵਾਲੇ ਸਨ। ਅਤੇ ਤੁਹਾਨੂੰ ਪਤਾ ਹੈ ਕਿ 5 ਫਰਵਰੀ 1762 ਦੇ ਵਿੱਚ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਕੋਪਰ ਹੀੜੇ ਦਾ, ਅਤੇ ਉਹ ਲਿਖਦੇ ਨੇ, ਕਹਿੰਦੇ ਕਿ 20,000 ਦੇ ਤਕਰੀਬਨ ਸਿੰਘਣੀਆਂ ਬੱਚੇ ਸ਼ਹੀਦ ਹੋ ਗਏ, ਖਤਮ ਹੋ ਗਏ। ਪਰ ਜਦੋਂ ਸ਼ਾਮ ਨੂੰ ਵੇਖਿਆ, ਸ਼ਾਮ ਨੂੰ ਇਹ ਇਕੱਠੇ ਹੋਏ, ਨਿਤਨੇਮ ਹੋਇਆ, ਇਹਨਾਂ ਦਾ ਦੀਵਾਨ ਸਜਿਆ, ਅਰਦਾਸ ਦੇ ਵਿੱਚ ਇੱਕੋ ਗੱਲ ਕਹਿ ਰਹੇ ਨੇ, ਸੱਚੇ ਪਾਤਸ਼ਾਹ ਜੀ 4 ਪਹਿਰ ਦਿਨ ਬਤੀਤ ਹੋਇਆ, ਸੁੱਖਾਂ ਦੇ ਨਾਲ ਬਤੀਤ ਹੋਇਆ, ਤੁਹਾਡੇ ਭਾਣੇ ਦੇ ਵਿੱਚ ਬਤੀਤ ਹੋਇਆ। ਕਹਿੰਦੇ ਕਮਾਲ ਦੇ ਲੋਕ ਨੇ ਇਹ।
ਇਹ ਫਿਰ ਵੀ ਸ਼ੁਕਰਾਨਾ ਕਰਦੇ ਨੇ। ਦਿਨ ਦੇ ਵਿੱਚ 20,000 30,000 ਦੇ ਤਕਰੀਬਨ ਲੋਕ ਮਾਰੇ ਗਏ ਹੋਣ ਇਹਨਾਂ ਦੇ, ਪਰ ਇਹ ਫਿਰ ਵੀ ਉਸ ਦਾਤੇ ਦਾ ਭਾਣਾ ਗੁਜ਼ਾਰ ਰਹੇ ਨੇ ਕਿ ਤੇਰਾ ਭਾਣਾ ਹੈ, ਤੇਰਾ ਸ਼ੁਕਰ ਹੈ। ਅਤੇ ਸ਼ੁਕਰ ਉਹ ਤਾਂ ਹੀ ਕਰ ਰਹੇ ਨੇ ਕਿਉਂਕਿ ਅੰਦਰੋਂ ਗੁਰੂ ਦੇ ਨਾਲ ਜੁੜੇ ਹੋਏ ਨੇ। ਦੁਨਿਆਵੀ ਮੰਗਾਂ, ਦੁਨਿਆਵੀ ਦੁੱਖ ਸੁੱਖ ਉਹਨਾਂ ਦੇ ਵਿੱਚੋਂ ਖਤਮ ਨੇ, ਦੁਨਿਆਵੀ ਲੋੜਾਂ ਖਤਮ ਨੇ। ਉਹ ਕਹਿੰਦੇ ਨੇ ਜਿੰਨੇ ਕੁ ਚੋਂ ਹੈ ਦਾਤਾ ਜੀ ਤੁਹਾਡਾ ਭਾਣਾ ਹੈ, ਇਹਦੇ ਵਿੱਚ ਖੁਸ਼ ਰਹਿਣ ਦੀ ਹਿੰਮਤ ਬਖਸ਼ੋ। ਅਤੇ ਸਤਿਗੁਰੂ ਜੀ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਤੇਰੇ ਘਰ ਦੀ ਵਿੱਚ ਕੋਈ ਤੋਟ ਨਹੀਂ, ਸਾਰਾ ਕੁਝ ਤੇਰੇ ਘਰ ਵਿੱਚ ਹੈ। ਅਤੇ ਦਿੱਕਤ ਸਾਡੇ ਵਿੱਚ ਹੈ, ਅਸੀਂ ਇੱਕ ਤਾਂ ਉਸ ਦਾਤੇ ਨੂੰ, ਉਸ ਦਾਤੇ ਦਾ ਸ਼ੁਕਰ ਨਹੀਂ ਕਰਦੇ ਜਿਹਦੇ ਘਰ ਵਿੱਚ ਸਾਰਾ ਕੁਝ ਪਿਆ ਹੋਇਆ, ਜਿੱਥੇ ਕਮੀ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਅੱਜ ਜਿਹੜਾ ਸਾਡਾ ਦੁਖਾਂਤ ਹੈ, ਅਸੀਂ ਦਾਤਾ ਵੀ ਇੱਕ ਰੱਖਿਆ ਨਹੀਂ, ਅਸੀਂ ਇੱਕ ਦਾਤੇ ਨੂੰ ਵੀ ਨਹੀਂ ਮੰਨਦੇ ਜਿਹੜਾ ਸਾਰਾ ਕੁਝ ਦੇਣ ਵਾਲਾ ਹੈ, ਅਸੀਂ ਉਹਨੂੰ ਵੀ ਨਹੀਂ ਮੰਨਦੇ ਜਿਹੜਾ ਅਸੀਂ ਦੱਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਜਿਹੜਾ ਦੇਣ ਵਾਲਾ ਸੀ। ਇੱਥੇ ਬੜੇ ਬਣ ਗਏ ਦਾਤੇ, ਬਹੁਤ ਆ ਗਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਨਾ, ਦੱਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਬੜੇ ਵਾਰ ਆਪਾਂ ਪੜ੍ਹਦੇ ਹਾਂ, ਆਨੰਦ ਜਪ ਬਾਣੀ ਦੇ ਵਿੱਚ ਵੀ ਹਰ ਰੋਜ਼ ਪੜ੍ਹਦੇ ਹਾਂ। ਅਤੇ ਸਤਿਗੁਰੂ ਜੀ ਕਹਿੰਦੇ ਭਾਈ ਹੈ ਦਾਤਾ ਇੱਕ, ਇੱਕ ਦਾਤੇ ਨੂੰ ਮੰਨਣ ਵਾਲੇ, ਇੱਕ ਦਾਤੇ ਦਾ ਗੁਣਗਾਨ ਕਰਨ ਵਾਲੇ, ਇੱਕ ਦਾਤੇ ਦੀ ਬਾਣੀ ਪੜ੍ਹਨ ਵਾਲੇ। ਅੱਜ ਹੋਰ ਦਾਤੇ ਬਣਾ ਕੇ ਬੈਠ ਗਏ ਬਹੁਤੇ ਦਾਤੇ। ਸਾਨੂੰ ਇਹ ਲੱਗਦਾ ਕਿ ਸਾਡੀਆਂ ਲੋੜਾਂ ਉੱਥੋਂ ਪੂਰੀਆਂ ਹੁੰਦੀਆਂ ਨੇ। ਇੱਕ ਦਾਤੇ ਨੂੰ ਮੰਨਣ ਵਾਲੇ ਨੇ ਜਿਹੜੇ, ਜੇ ਇੱਕ ਦਾਤਾ ਹੈ, ਗੁਰਬਾਣੀ ਸਾਡੀ ਦੱਸਦੀ ਹੈ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ। ਜਿਹਨੂੰ ਸਤਿਗੁਰੂ ਜੀ ਬਾਰ ਬਾਰ ਕਹਿੰਦੇ ਨੇ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ ਦਾਤਾ ਇੱਕ ਹੈ। ਪਰ ਅਨੇਕਾਂ ਜਿਹੜੇ ਕਬਰਾਂ ਵਾਲੇ ਨੇ, ਜੰਡਾਂ ਵਾਲੇ ਨੇ, ਲੱਖਾਂ ਦਾ ਦਾਤਾ ਬੜੇ ਆ ਗਏ, ਇੱਥੇ ਬਹੁਤ ਬਣ ਗਏ। ਦਾਤਾ ਇੱਕ ਸੀ ਸਾਰੀ ਸ੍ਰਿਸ਼ਟੀ ਦਾ, ਪਰ ਬਣਾ ਕੇ ਅਸੀਂ ਬੈਠ ਗਏ ਇੱਥੇ, ਕੋਈ ਦਾਤਾ ਬਣਾ ਲਿਆ, ਕੋਈ ਦਾਤਾ ਬਣਾ ਲਿਆ। ਅਤੇ ਗੱਲ ਇਹ ਹੈ ਨਾ ਕਿ ਦਿੱਤੀਆਂ ਸਾਰੀਆਂ ਹੋਈਆਂ ਇੱਕ ਪ੍ਰਮਾਤਮਾ ਦੇ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਅਤੇ ਉਹ ਦਾਤਿਆਂ ਨੇ ਤਾਂ ਕੁਝ ਦਿੱਤਾ ਹੀ ਨਹੀਂ ਜਿਨ੍ਹਾਂ ਨੂੰ ਅਸੀਂ ਮੰਨਣਾ ਸ਼ੁਰੂ ਕਰ ਦਿੱਤਾ। ਹੁਣ ਆਹ ਵੇਖਿਓ ਚੱਲ ਰਿਹਾ ਨਾ ਕਿ ਬਹੁਤਿਆਂ ਨੂੰ ਜਿਹੜੀ ਆਕਸੀਜਨ ਦੀ ਪ੍ਰੋਬਲਮ ਆ ਰਹੀ ਹੈ। ਹੁਣ ਦੱਸੋ ਕਿਹੜੇ ਦਾਤੇ ਨੇ ਦਿੱਤੀ? ਅੱਜ ਤੱਕ ਕਿਹੜਾ ਦਾਤਾ ਦਿੰਦਾ ਰਿਹਾ? ਮੁਸੀਬਤ ਬਣ ਗਈ ਨਾ, ਹੁਣ ਨਿਕਲਦਾ ਹੈ ਨਾ ਸ਼ੁਕਰਾਨਾ, ਹੁਣ ਲੱਗਦਾ ਹੈ ਨਾ ਪਤਾ ਕਿ ਆਕਸੀਜਨ ਦਾ ਮੁੱਲ ਕੀ ਹੈ। ਜਦੋਂ ਮਿਲਦੀ ਨਹੀਂ, ਜਦੋਂ ਲੋਕ ਮਰ ਰਹੇ ਨੇ, ਅਤੇ ਅੱਜ ਤੱਕ ਅਸੀਂ ਫ੍ਰੀ ਲੈਂਦੇ ਰਹੇ ਅਤੇ ਅੱਗੇ ਵੀ ਮਿਲਦੀ ਰਹੇਗੀ। ਠੀਕ ਹੈ ਕਿ ਕਿਸੇ ਦੇ ਸਰੀਰ ਵਿੱਚ ਪ੍ਰੋਬਲਮ ਆਈ, ਨਹੀਂ ਆਕਸੀਜਨ ਬਾਹਰੀ ਹਵਾ ਜਾ ਰਹੀ, ਉਹਨਾਂ ਨੂੰ ਦੇਣੀ ਪੈਂਦੀ ਹੈ। ਪਰ ਜਿਹੜੇ ਵੇਖ ਰਹੇ ਨੇ, ਅਸੀਂ ਵੇਖ ਰਹੇ ਹਾਂ ਉਸ ਦੁਨਿਆਵੀ ਢਾਂਚੇ ਨੂੰ, ਕੱਲ੍ਹ ਨੂੰ ਸਾਡੇ 'ਤੇ ਵੀ ਪੈ ਸਕਦੇ। ਕਿਉਂ ਨਾ ਹੋਵੇ ਕਿ ਅੱਜ ਦਾਤੇ ਦਾ ਸ਼ੁਕਰ ਕਰ ਲਈਏ, ਆਉਣ ਵਾਲੇ ਮਿੰਟ ਦਾ ਨਹੀਂ ਪਤਾ। ਅਤੇ ਹੁਣ ਸ਼ੁਕਰ ਕਰ ਲਈਏ ਕਿ ਦਾਤਾ ਜੀ ਤੁਹਾਡਾ ਦਿੱਤਾ ਹੋਇਆ ਹੈ। ਜਿਉਂ ਰਹੇ ਹਾਂ, ਜੇ ਹਵਾ ਨਾ ਹੁੰਦੀ ਤਾਂ ਕਿਵੇਂ ਜਿਵਾਇਆ ਜਾਂਦਾ? ਜੇ ਅੱਜ ਤੱਕ ਖਤਮ ਹੀ ਹੋ ਜਾਂਦਾ ਸਾਰਾ ਕੁਝ। ਤੂੰ ਸਾਨੂੰ ਜੇ ਇੱਥੇ ਭੇਜਿਆ ਹੈ, ਸਾਨੂੰ ਰਿਜ਼ਕ ਦਿੱਤਾ ਹੈ, ਹਵਾ ਦਿੱਤੀ ਹੈ, ਪਾਣੀ ਦਿੱਤਾ ਹੈ, ਇਹ ਦਾਤੇ ਦੀਆਂ ਹੀ ਖੇਡਾਂ ਨੇ ਨਾ, ਦਾਤੇ ਨੇ ਦਿੱਤਾ ਹੋਇਆ ਹੈ। ਜਿਹੜੀਆਂ ਚੀਜ਼ਾਂ ਅੱਜ ਤੁਸੀਂ ਵੇਖਿਆ ਹੋਵੇਗਾ 20-20 30-30 ਰੁਪਏ ਦੀਆਂ ਬੋਤਲਾਂ ਵਿਕਦੀਆਂ ਨੇ ਪਾਣੀ ਦੀਆਂ, ਆਕਸੀਜਨ ਵਿਕਦੀ ਹੈ, ਹਵਾ ਵਿਕਦੀ ਹੈ, ਜਿਹੜੀ ਨੇ ਸਾਨੂੰ ਸਾਹ ਦੇਣਾ ਦਾਤੇ ਨੇ ਤਾਂ ਫ੍ਰੀ ਵੰਡੀ ਹੋਈ ਹੈ। ਅੱਜ ਤੱਕ ਸ਼ੁਕਰਾਨਾ ਨਹੀਂ ਨਾ ਨਿਕਲਿਆ। ਇੱਕ ਦਾਤਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੱਸਦੀ ਸੀ, ਉਹਨੂੰ ਵਿਸਾਰ ਕੇ ਅਸੀਂ ਬੜੇ ਬਣਾ ਲਏ, ਹੋਰ ਹੀ ਬਹੁਤੇ ਬਣਾ ਲਏ। ਕੋਈ ਦੇਵ ਖੜਾ ਕਰ ਲਿਆ, ਕੋਈ ਦੇਵੀ ਖੜੀ ਕਰ ਲਈ, ਬੜੇ ਕਰ ਲਏ ਇੱਥੇ। ਅਸੀਂ ਉਹਨਾਂ ਦਾ ਸ਼ੁਕਰ, ਉਹਨਾਂ ਦੇ ਪਿੱਛੇ ਭੱਜੇ ਫਿਰਦੇ ਹਾਂ। ਅਤੇ ਇੱਕ 'ਤੇ ਵੀ ਸਟੈਂਡ ਨੇ, ਇੱਕ 'ਤੇ ਵੀ ਨਹੀਂ ਖੜ੍ਹਦੇ ਨੇ। ਮੰਗਲਵਾਰ ਨੂੰ ਹੋਰ, ਵੀਰਵਾਰ ਨੂੰ ਹੋਰ, ਅਤੇ ਐਤਵਾਰ ਨੂੰ ਕੋਈ ਹੋਰ, ਬਦਲ ਜਾਂਦੇ ਹਾਂ ਅਸੀਂ। ਸਾਨੂੰ ਇੱਕ ਨੂੰ ਇੱਕ ਪਤਾ ਹੀ ਨਹੀਂ ਕਿ ਹੈ ਕਿਹੜਾ ਸਾਡਾ, ਇੱਕ ਕਿਹੜਾ ਹੈ। ਮੰਗਲਵਾਰ ਨੂੰ ਜੋਤ ਜਗਾ ਦਿੱਤੀ, ਵੀਰਵਾਰ ਨੂੰ ਜਗਾ ਦਿੱਤਾ, ਬੜਾ ਕੁਝ ਕਰ ਲਿਆ। ਮੰਗਲਵਾਰ ਦੀ ਮੰਨੀ ਲਾ ਦਿੱਤੀ, ਵੀਰਵਾਰ ਨੂੰ ਪ੍ਰਸ਼ਾਦ ਵਰਤਾ ਦਿੱਤਾ।
ਪਤਾ ਹੀ ਨਹੀਂ। ਇੱਕ ਤਾਂ ਖੜਨ ਵਾਲੇ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਾਣੀ ਪੜ੍ਹੀ ਹੁੰਦੀ, ਦਾਤੇ ਦੇ ਗੁਰੂ ਦੇ ਅੰਡਰ ਵਿੱਚ ਆਏ ਹੁੰਦੇ, ਉਹਦੀ ਗੱਲ ਨੂੰ ਸਮਝਿਆ ਹੁੰਦਾ, ਫਿਰ ਪਤਾ ਲੱਗ ਜਾਣਾ ਸੀ ਨਾ ਕਿ ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕ ਹੈ ਜਿਹੜਾ ਦਾਤਾਂ ਦੀ ਗੱਲ ਕਰ ਰਹੇ ਸਾਂ ਕਿ ਦਾਤਾਂ ਬਹੁਤ ਲੈ ਲਈਆਂ ਅਸੀਂ, ਦਾਤਾ ਦੇ ਵੀ ਰਿਹਾ। ਜੇ ਗੁਰੂ ਦੇ ਦਰ 'ਤੇ ਆਈਏ ਅਸੀਂ ਮੰਗਦੇ ਵੀ ਇਹ ਜਿਹਾ ਕੁਛ ਹਾਂ, ਪਰ ਜ਼ਿੰਦਗੀ ਜਿਉਣ ਦੇ ਲਈ ਉਹਨਾਂ ਦਾਤਾਂ ਦੇ ਵਿੱਚ ਰਹਿਣਾ ਕਿਵੇਂ ਹੈ, ਜਿਹੜੀਆਂ ਪ੍ਰਮਾਤਮਾ ਤੋਂ ਮੰਗ ਰਹੇ ਹਾਂ ਉਹਨਾਂ ਦੇ ਵਿੱਚ ਰਹਿਣਾ ਕਿਵੇਂ ਹੈ, ਉਹ ਢੰਗ ਨਹੀਂ ਕਦੇ ਸਿੱਖਿਆ, ਉਹ ਢੰਗ ਨਹੀਂ ਅਸੀਂ ਸਿੱਖਿਆ ਕਦੇ ਵੀ। ਉਹ ਜਦੋਂ ਢੰਗ ਸਿੱਖ ਲਵਾਂਗੇ ਫਿਰ ਸਾਨੂੰ ਜ਼ਿੰਦਗੀ ਵਿੱਚ ਜਿਉਣਾ ਆਵੇਗਾ। ਸਤਿਗੁਰੂ ਜੀ ਦਾ ਅੱਗੇ ਉਪਦੇਸ਼ ਪੜ੍ਹਿਓ। ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੀ ਸੋ ਪਾਵੇ। ਘਰ ਸਾਰਾ ਕੁਝ ਹੀ ਹੈ, ਬਹੁਤ ਕੁਝ ਹੈ, ਸਾਰਾ ਕੁਝ ਭਰਿਆ ਪਿਆ ਹੈ। ਅਗੰਤ ਭਰੇ ਭੰਡਾਰ ਗਿਣੇ ਨਹੀਂ ਜਾ ਸਕਦੇ, ਭੰਡਾਰੇ ਭਰੇ ਪਏ ਨੇ। ਪਰ ਗੱਲ ਕੀ ਸੀ, ਉਹਨੂੰ ਜਿਉਣ ਦੇ ਲਈ, ਉਹਨਾਂ ਦਾਤਾਂ ਨੂੰ ਮੰਨਣ ਦੇ ਲਈ ਜਿਹੜਾ ਤਰੀਕਾ ਸੀ, ਜਿਹੜਾ ਉਪਦੇਸ਼ ਸੀ, ਅਸੀਂ ਉਹ ਗੁਰੂ ਤੋਂ ਨਹੀਂ ਲਿੱਤਾ। ਜਿਹੜਾ ਸਿਰੇ ਦਾ ਦਾਨ ਸੀ, ਜਿਹੜਾ ਸਾਰੇ ਦਾਨਾਂ ਦੇ ਵਿੱਚੋਂ ਸ੍ਰੇਸ਼ਟ ਦਾਨ ਸੀ, ਉਹ ਕਦੇ ਲੈਣ ਦਾ ਯਤਨ ਨਹੀਂ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਪੜ੍ਹਿਓ। ਜਦੋਂ ਉਹਨਾਂ ਨੂੰ ਪੁੱਛੀਏ ਸਤਿਗੁਰੂ ਜੀ ਸਭ ਤੋਂ ਸੋਹਣਾ ਦਾਨ ਕਿਹੜਾ ਹੈ, ਤੇ ਨੀਕਾ ਦਾ ਮਤਲਬ ਹੁੰਦਾ ਹੈ ਸੋਹਣਾ, ਨੀਕਾ। ਤੇ ਸਤਿਗੁਰੂ ਜੀ ਦੀ ਬਾਣੀ ਦਾ ਉਪਦੇਸ਼ ਹੈ ਮੰਗਣਾ ਮੰਗਣ ਨੀਕਾ। ਮੰਗਣ ਦੇ ਵਿੱਚੋਂ ਸਭ ਤੋਂ ਸੋਹਣਾ ਮੰਗਣ ਪਤਾ ਕੀ ਹੈ? ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਹਰੀ ਪ੍ਰਮਾਤਮਾ ਦਾ ਜਸ ਗੁਰੂ ਤੋਂ ਮੰਗਣਾ ਸਭ ਤੋਂ ਸੋਹਣਾ ਦਾਨ ਹੈ, ਸਭ ਤੋਂ ਸੋਹਣਾ ਮੰਗਣਾ, ਸਭ ਤੋਂ ਸ੍ਰੇਸ਼ਟ ਹੈ। ਅਰਦਾਸ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਦਾਨਾ ਸਰਦਾਨ। ਦਾਨਾਂ ਦੇ ਵਿੱਚੋਂ ਜਿਹੜਾ ਸਿਰੇ ਦਾ ਦਾਨ ਹੈ ਕੀ ਹੈ? ਸਿੱਖਾਂ ਨੂੰ ਕਿਹੜਾ ਦਾਨ ਮੰਗਣਾ ਚਾਹੀਦਾ? ਹਰ ਰੋਜ਼ ਮੰਗਦੇ ਆ ਨਾ, ਦਾਨਾ ਸਰਦਾਨ ਨਾਮਦਾਨ, ਨਾਮਦਾਨ। ਅਤੇ ਉਹ ਆਪਾਂ ਪੜ੍ਹਨ ਤੱਕ ਸੀਮਤ ਰੱਖ ਲਿਓ, ਨਾਮ ਵਾਲੇ ਪਾਸੇ ਆਏ ਨਹੀਂ ਨਾ। ਦੁਨਿਆਵੀ ਦਾਤਾਂ ਬਹੁਤ ਮੰਗ ਲਈਆਂ, ਬੜਾ ਕੁਝ ਹੈ, ਪਰ ਧਿਆਨ ਨਹੀਂ ਦਿੱਤਾ। ਸਭ ਤੋਂ ਵੱਡੀ ਦਾਤ ਸੀ ਜਿਹੜੀ ਨਾਮ ਦੀ ਦਾਤ, ਜਿਹੜੀ ਅਸੀਂ ਭੁਲਾ ਦਿੱਤੀ, ਜਿਹੜੀ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਸੀ, ਉਹਨੂੰ ਛੱਡ ਦਿੱਤਾ। ਤਾਂ ਹੀ ਜ਼ਿੰਦਗੀ ਵਿੱਚ ਔਖੇ ਹੋਏ ਹਾਂ। ਸਹੂਲਤਾਂ ਬਹੁਤ ਆ ਗਈਆਂ, ਘਰ-ਬਾਰ ਸੋਹਣੇ ਬਣਾ ਲਏ, ਧੀਆਂ ਪੁੱਤਰ ਵੀ ਹੋ ਗਏ, ਸੋਹਣੇ ਕਾਰੋਬਾਰ ਵੀ ਬਣ ਗਏ, ਪਰ ਜ਼ਿੰਦਗੀ ਦੁਖੀ ਹੋ ਗਈ। ਸਹੂਲਤਾਂ ਵੱਧ ਗਈਆਂ, ਜ਼ਿੰਦਗੀ ਦੁਖੀ ਹੋ ਗਈ। ਬਸ ਇਹ ਹੈ, ਉਹਨਾਂ ਨੂੰ ਮੰਨਣ ਦਾ ਢੰਗ ਤਰੀਕਾ ਗੁਰੂ ਤੋਂ ਨਹੀਂ ਸਿੱਖਿਆ, ਉਹਨਾਂ ਨੂੰ ਮੰਨਣ ਦਾ ਢੰਗ ਤਰੀਕਾ, ਗੁਰੂ ਦਾ ਭਾਣਾ ਨਹੀਂ ਮੰਨਿਆ। ਅਤੇ ਸਤਿਗੁਰੂ ਜੀ ਕਹਿੰਦੇ ਅੱਗੇ ਉਹ ਦੱਸਦੇ ਨੇ ਕਿਹੜਾ ਦਾਨ ਮੰਗਣਾ ਚਾਹੀਦਾ ਹੈ, ਕਿਹੜੇ ਦਾਤਾ ਹੈ ਜਿਹੜਾ ਜਿਹਦੇ ਨਾਲ ਖਜ਼ਾਨੇ ਭਰੇ ਹੋਏ ਨੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿੰਦੇ ਜਿਹੜਾ ਮਨੁੱਖ ਸਿਫਤ ਸਲਾਹ ਦੀ ਦਾਤ ਆਪਣੇ ਅੰਦਰ ਵਸਾ ਲੈਂਦਾ ਨਾ, ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ। ਫਿਰ ਦੁਨਿਆਵੀ ਸਹੂਲਤਾਂ 'ਤੇ ਗੱਲ ਨਹੀਂ ਖੜਦੀ, ਦੁਨਿਆਵੀ ਮੰਗਾਂ 'ਤੇ ਗੱਲ ਨਹੀਂ ਖੜਦੀ। ਫਿਰ ਦਾਤੇ ਦਾ ਭਾਣਾ, ਗੁਰੂ ਦਾ ਨਾਮ ਚਿੱਤ ਵਿੱਚ ਰਹਿੰਦਾ ਹੈ ਕਿ ਨਾਮ ਨਾ ਵਿਸਰ ਜਾਵੇ। ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਭਾਵੇਂ ਕੋਈ ਸਹੂਲਤ ਹੋਵੇ ਚਾਹੇ ਨਾ ਹੋਵੇ, ਭਾਵੇਂ ਮੈਂ ਮਰਦਾ ਹੋਵਾਂ, ਭਾਵੇਂ ਸਰੀਰਕ ਕਸ਼ਟ ਹੋਵੇ, ਪਰ ਗੁਰੂ ਦਾ ਭਾਣਾ, ਗੁਰੂ ਦਾ ਹੁਕਮ, ਉਸ ਪ੍ਰਮਾਤਮਾ ਦਾ ਨਾਮ, ਉਸ ਹਰੀ ਪ੍ਰਮਾਤਮਾ ਦੀ ਸਿਫਤ ਸਲਾਹ ਕਦੇ ਨਿਕਲ ਨਾ ਜਾਵੇ। ਅਤੇ ਸਤਿਗੁਰੂ ਜੀ ਗੁਰੂ ਅਮਰਦਾਸ ਪਾਤਸ਼ਾਹੀ ਕਹਿੰਦੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਿਹੜਾ ਬੰਦਾ ਇਹਨੂੰ ਅੰਦਰ ਵਸਾ ਲਵੇ ਨਾ, ਇਹ ਦਾਤ ਨੂੰ ਅੰਦਰ ਵਸਾ ਲਵੇ, ਉਹ ਕਦੇ ਦੁਖੀ ਹੋ ਹੀ ਨਹੀਂ ਸਕਦਾ, ਆਨੰਦ ਆ ਜਾਂਦਾ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਅਤੇ ਕਹਿੰਦੇ ਜਿਹਦੇ ਅੰਦਰ ਨਾਮ ਵਸ ਗਿਆ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਸ਼ਬਦ ਦੇ ਵਾਜੇ ਵੱਜਦੇ ਨੇ ਅੰਦਰ। ਸ਼ਬਦ ਦੇ ਵਾਜੇ ਮਤਲਬ ਗੁਰੂ ਦਾ ਉਪਦੇਸ਼ ਅੰਦਰ ਅਤੇ ਬਾਹਰ ਵੱਜਦੇ ਨੇ, ਹੁਕਮ ਦੇ ਵਾਜੇ ਵੱਜਦੇ ਨੇ, ਉਸ ਦੀ ਸਿਫਤ ਸਲਾਹ ਦੇ ਵਾਜੇ ਵੱਜਦੇ ਨੇ। ਅਤੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਨੇ ਨਾਮ ਵਸਾ ਲਿਆ, ਉਹਦੇ ਅੰਦਰ ਸਿਫਤ ਸਲਾਹ ਦੇ ਸ਼ਬਦ ਦੇ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਪਹਿਲਾਂ ਵੀ ਪੜ੍ਹਿਆ ਸੀ ਨਾ ਆਪਾਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।
ਸ਼ਬਦ ਗਾ ਰਹੇ ਨੇ, ਵਾਜੇ ਵੀ ਵੱਜ ਰਹੇ ਨੇ। ਵਾਜੇ ਮਤਲਬ ਜ਼ਿੰਦਗੀ ਹੁਕਮ ਦੇ ਵਿੱਚ ਹੈ, ਭਾਣੇ ਦੇ ਵਿੱਚ ਹੈ, ਰੱਬੀ ਗੁਣਾਂ ਦੇ ਵਿੱਚ ਹੈ, ਰੱਬੀ ਗੁਣਾਂ ਦੇ ਅਨੁਸਾਰ ਜ਼ਿੰਦਗੀ ਜਿਉ ਰਹੇ। ਇਹਨੂੰ ਸਤਿਗੁਰੂ ਜੀ ਵਾਜੇ ਵੱਜਣੇ ਕਹਿੰਦੇ ਨੇ, ਭਾਵ ਤਾਲ ਦੇ ਵਿੱਚ ਹੈ ਜ਼ਿੰਦਗੀ। ਰੌਣਕ ਹੈ ਅੰਦਰ, ਵਾਜੇ ਵੱਜ ਰਹੇ ਨੇ, ਰੌਣਕ ਸਿਫਤ ਸਲਾਹ ਦੇ ਵਾਜੇ। ਅਤੇ ਸਤਿਗੁਰੂ ਜੀ ਅੱਗੇ ਅਖੀਰਲੇ ਬੰਦ ਵਿੱਚ ਫਿਰ ਕਹਿੰਦੇ ਨੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਦੱਸਦੇ ਨੇ, ਇਹ ਸੱਚੇ ਸਾਹਿਬ ਤੇਰੇ ਘਰ ਦੇ ਵਿੱਚ ਕੋਈ ਤੋਟ ਨਹੀਂ, ਕੋਈ ਤੋਟ ਨਹੀਂ। ਜਿੱਥੇ ਦੁਨਿਆਵੀ ਦਾਤਾਂ ਮੰਗਦੇ ਆ, ਸਿਫਤ ਸਲਾਹ ਦੀ ਦਾਤ ਮੰਗਿਆ ਕਰੋ, ਸਿਫਤ ਸਲਾਹ ਦੀ ਵੀ ਕੋਈ ਤੋਟ ਨਹੀਂ। ਅਤੇ ਇਹਨੂੰ ਸਤਿਗੁਰੂ ਜੀ ਨੇ ਕਿਹਾ ਸੀ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਸਿਫਤ ਸਲਾਹ ਜਿੰਨੀ ਵੀ ਰੱਬ ਦਾ ਨਾਮ ਲੈ ਲਵੋਗੇ, ਜਿੰਨਾ ਉਹਨੂੰ ਖਰਚਣ ਦਾ ਯਤਨ ਕਰੋਗੇ ਨਾ, ਇਸ ਗੁਣੀ ਨਿਧਾਨ ਪ੍ਰਮਾਤਮਾ ਦੇ ਵਿੱਚੋਂ ਜਿੰਨੇ ਗੁਣ ਲਵੋਗੇ, ਇਹਦਾ ਖਜ਼ਾਨਾ ਘਟਦਾ ਨਹੀਂ, ਵੱਧਦਾ ਜਾਂਦਾ ਹੈ, ਘਟਦਾ ਨਹੀਂ। ਦੁਨੀਆ ਦੇ ਵਿੱਚ ਬੜੀਆਂ ਚੀਜ਼ਾਂ ਨੇ, ਤੁਸੀਂ ਇੱਥੇ ਆ ਕੇ ਦੁਨਿਆਵੀ ਦਾਤਾਂ ਲੈ ਲਵੋ, ਜਿੰਨੀ ਉਹਨੂੰ ਵਰਤੋਂਗੇ ਘਟਦੀ ਜਾਵੇਗੀ। ਪਰ ਇੱਕ ਗੁਣਾਂ ਦਾ ਖਜ਼ਾਨਾ ਇਹੋ ਜਿਹਾ ਹੈ, ਜਿੰਨਾ ਉਹਨੂੰ ਵਰਤੋਂਗੇ ਉਹ ਵੱਧਦਾ ਹੈ, ਨਾ ਕਿ ਘਟਦਾ ਹੈ, ਉਹਨੇ ਵੱਧਦਾ ਜਾਣਾ ਹੈ। ਅਤੇ ਇਸ ਸਿਫਤ ਸਲਾਹ ਦੇ ਖਜ਼ਾਨੇ ਨੂੰ, ਜਿੱਥੇ ਅਸੀਂ ਬੜੀਆਂ ਦਾਤਾਂ ਦੁਨਿਆਵੀ ਲੈ ਲਈਆਂ, ਹੁਣ ਇਸ ਪਾਸੇ ਵੱਲ ਆਈਏ, ਗੁਰੂ ਤੋਂ ਗੁਣੀ ਨਿਧਾਨ ਤੋਂ, ਗੁਣੀ ਨਿਧਾਨ ਪ੍ਰਮਾਤਮਾ ਦੇ ਖਜ਼ਾਨੇ ਦੇ ਵਿੱਚੋਂ ਗੁਣਾਂ ਦਾ ਖਜ਼ਾਨਾ ਵੀ ਲੈਣ ਦੀ ਕੋਸ਼ਿਸ਼ ਕਰੀਏ। ਅਤੇ ਸਤਿਗੁਰੂ ਜੀ ਇਸ ਨੂੰ ਕਹਿੰਦੇ ਨੇ ਕਿ ਭਾਈ ਦਾਤਾਂ ਭਰੀਆਂ ਪਈਆਂ ਨੇ, ਸਿਫਤ ਸਲਾਹ ਦੀਆਂ ਦਾਤਾਂ ਵੀ ਬਹੁਤ ਨੇ, ਉਹ ਵੀ ਲੈਣ ਦਾ ਯਤਨ ਕਰੀਏ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਅਤੇ ਗੁਰੂ ਦਾ ਉਪਦੇਸ਼ ਜਦੋਂ ਲੈ ਲਿਆ ਨਾ, ਗੁਰੂ ਦੀ ਮੱਤ ਲੈ ਲਈ, ਉਹ ਖਜ਼ਾਨੇ ਦੇ ਵਿੱਚੋਂ ਸਾਡੇ ਵਿੱਚ ਵੀ ਬਹੁਤ ਕੁਝ ਆ ਜਾਣਾ ਹੈ। ਜਿਹਨੂੰ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਕਹਿੰਦੀ ਹੈ ਨਾ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਸੁਣ ਲਈ ਨਾ, ਉਸ ਪ੍ਰਮਾਤਮਾ ਦੇ ਗੁਣਾਂ ਰੂਪੀ ਖਜ਼ਾਨੇ ਦੇ ਵਿੱਚੋਂ ਤੇਰੇ ਅੰਦਰ ਵੀ ਬਹੁਤ ਸੋਹਣੇ ਖਜ਼ਾਨੇ ਦੇ ਗੁਣ ਆ ਜਾਣਗੇ। ਰਤਨ ਵਰਗੇ ਸੋਹਣੇ ਕੀਮਤੀ ਗੁਣ, ਜਵਾਹਰ ਵਰਗੇ, ਮਾਣਕਾਂ ਵਰਗੇ ਗੁਣ ਆ ਜਾਣਗੇ। ਇਹ ਨਹੀਂ ਕਿ ਦੁਨਿਆਵੀ ਜਿਹੜੇ ਰਤਨ ਨੇ ਉਹ ਹੀਰੇ, ਨਹੀਂ, ਚੰਗੇ ਗੁਣਾਂ ਨੂੰ ਸਤਿਗੁਰੂ ਜੀ ਕਹਿ ਰਹੇ ਨੇ ਕਿ ਰਤਨ ਵਰਗੇ ਗੁਣ, ਸੋਹਣਾ ਜਿਹਨੇ ਤੇਰਾ ਜੀਵਨ ਸੋਹਣਾ ਬਣਾਉਣਾ ਹੈ। ਕੀਮਤੀ ਗੁਣ ਹੀ ਤੇਰੇ ਲਈ ਸਭ ਤੋਂ ਮਹਿੰਗੇ ਗਹਿਣੇ ਨੇ। ਅਤੇ ਕੋਸ਼ਿਸ਼ ਕਰੋ ਉਹਨਾਂ ਗੁਣਾਂ ਦਾ ਸ਼ਿੰਗਾਰ ਕਰਨ ਦੀ। ਜਦੋਂ ਗੁਣਾਂ ਦਾ ਸ਼ਿੰਗਾਰ ਕਰਾਂਗੇ, ਗੁਣਾਂ ਦਾ ਸ਼ਿੰਗਾਰ ਹੋ ਗਿਆ, ਫਿਰ ਦੁਨਿਆਵੀ ਸ਼ਿੰਗਾਰ ਕਰਨ ਦੀ ਲੋੜ ਨਹੀਂ। ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਫੈਸਲਾ ਹੈ, ਸੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਹੜੇ ਗੁਰੂ ਸਾਧੂ ਦੀ ਸੰਗਤ ਵਿੱਚ ਰਹਿੰਦੇ ਨੇ, ਉਹ ਬਹੁਤ ਸੋਹਣੇ ਹੋ ਜਾਂਦੇ ਨੇ, ਕਿਉਂਕਿ ਉਹ ਗੁਣਾਂ ਦਾ ਜਿਹੜਾ ਗੁਣਾਂ ਦਾ ਸ਼ਿੰਗਾਰ ਕਰਦੇ ਨੇ। ਉਹਨਾਂ ਨੂੰ ਦੁਨਿਆਵੀ ਸ਼ਿੰਗਾਰ ਕਰਨ ਦੀ ਲੋੜ ਨਹੀਂ, ਗੁਣਾਂ ਕਰਕੇ ਸੋਹਣਾ ਬਣਿਆ ਜਾ ਸਕਦਾ ਹੈ, ਨਾ ਕਿ ਡੁਪਲੀਕੇਟ ਸ਼ਿੰਗਾਰ ਦੇ ਨਾਲ। ਅਤੇ ਕੋਸ਼ਿਸ਼ ਕਰੀਏ ਗੁਰੂ ਨੂੰ ਸੋਹਣੇ ਲੱਗੀਏ, ਅਤੇ ਗੁਰੂ ਨੂੰ ਆਪਾਂ ਗੁਣਾਂ ਦੇ ਨਾਲ ਸੋਹਣੇ ਲੱਗਣੇ ਹਾਂ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨ ਜਾਈ। ਕੋਸ਼ਿਸ਼ ਕਰੀਏ ਆਪਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਲੈਣ ਦਾ। ਸਭ ਤੋਂ ਵੱਡੀ ਦਾਤ ਹੈ ਜਿਹੜੀ, ਉਹ ਦਾਤ ਲਈਏ ਜਿਹੜਾ ਗੁਰੂ ਦੇ ਭੰਡਾਰੇ ਭਰੇ ਪਏ ਨੇ। ਸਿਫਤ ਸਲਾਹ ਜਿੰਨੀ ਵੀ ਵੰਡੀ ਜਾਵੇਗੀ, ਘਟਦੀ ਨਹੀਂ, ਵੱਧਦੀ ਜਾਣੀ ਹੈ। ਦਾਤੇ ਦਾ ਨਾਮ ਵੱਧਦਾ ਜਾਣਾ ਹੈ। ਕੋਸ਼ਿਸ਼ ਕਰੀਏ ਉਸ ਨੂੰ ਪੜ੍ਹਨ ਦਾ, ਸਮਝਣ ਦਾ, ਦਾਤੇ ਦੇ ਨਾਮ ਨੂੰ ਵਿਚਾਰਨ ਦਾ। ਸੋ ਆਪ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਜਿੱਥੇ ਦੁਨਿਆਵੀ ਦਾਤਾ ਮੰਗਦੇ ਹਾਂ, ਪ੍ਰਮਾਤਮਾ ਦਾ ਭਾਣਾ ਸਿਫਤ ਸਲਾਹ ਮੰਗਣ ਦੀ ਕੋਸ਼ਿਸ਼ ਕਰੀਏ। ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਜੀ ਬਖਸ਼ਣਯੋਗ ਨੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।